इदां लग रहा जिवें सारा देश ਚੱਲ ਹੀ अंबानी ते अदानियां करके रहा ਜਾਂ ਫਿਊ ਮੋਰ ਸਟਰੋਂਗ ਗਰੁੱਪਸ। ਇਸ ਕਰਕੇ ਕਿਤੇ ਨਾ ਕਿਤੇ ਅਸੀਂ ਇਹਨਾਂ ਦਾ ਇੰਡਾਇਰੈਕਟ ਬਾਇਕਾਟ ਕਰਨਾ ਚਾਹੁੰਦੇ ਆ। ਆਰਡੀਨੈਂਸ ਦੇ ਤਹਿਤ ਐਸੈਂਸ਼ੀਅਲ ਕਮੋਡਿਟੀਜ਼ ਹਟਾ ਦਿੱਤੀਆਂ ਗਈਆਂ। ਉਹਦੇ ਨਾਲ ਹੋਏਗਾ ਕਿ ਮਿਨੀਮਮ ਸਪੋਰਟ ਪ੍ਰਾਈਸ ਕਿਸਾਨ ਨੂੰ ਨਹੀਂ ਮਿਲੇਗਾ, ਕਿਸਾਨ ਸੁਰੱਖਿਅਤ ਨਹੀਂ ਰਿਹਾ। ਕਿਸਾਨ ਤਾਂ ਹੁਣ ਸੜਕਾਂ ਦੇ ਉੱਤੇ ਫਿਰੇਗਾ, ਕਿਸਾਨ ਮੰਡੀ ਘੁੰਮਿਆ ਕਰੇਗਾ ਆਪਣੀ ਫਸਲ ਨੂੰ ਲੈ ਕੇ, ਤੇ ਉਹਦੀ ਬੇਸਿਕਲੀ ਸ਼ੋਸ਼ਣ ਕੀਤਾ ਜਾਏਗਾ ਵੱਡੀ ਕੰਪਨੀਆਂ ਤੋਂ। ਤੇ ਜਿਹੜੇ ਧਨਾੜ ਲੋਕ ਨੇ ਜਿਨ੍ਹਾਂ ਤੇ ਗਵਰਨਮੈਂਟ ਦੀ ਬੈਕਿੰਗ ਹੈ ਜਾਂ ਪੋਲੀਟੀਕਲ ਲੀਡਰਾਂ ਦੀ ਬੈਕਿੰਗ ਹੈ ਜਾਂ ਕਿਤੇ ਨਾ ਕਿਤੇ ਇਹਨਾਂ ਦੇ ਹਿੱਸੇ ਨੇ, ਇਵੈਂਚੁਅਲੀ ਇਹਨਾਂ ਨੂੰ ਹੀ ਫਾਇਦੇ ਮਿਲਣੇ ਨੇ, ਜਿਹਦੇ ਨਾਲ ਆਲਰੇਡੀ ਦਿਖਣਾ ਸ਼ੁਰੂ ਹੋ ਗਿਆ। ਪਰ ਕਿਸਾਨਾਂ ਨੂੰ ਕਿਹੜੀ ਚੀਜ਼ ਦਾ ਡਰ ਆ ਫਿਰ? ਮਨਦੀਪ ਜੀ, ਜੇ MSP ਨਹੀਂ ਵੀ ਖਤਮ ਹੁੰਦੀ ਤਾਂ ਵੀ ਫਾਰਮਰ ਨੂੰ ਇਕੁਅਲੀ ਮੌਤ ਹੈ, ਕਿਉਂਕਿ MSP ਤਾਂ ਮੱਕੀ ਤੇ ਵੀ ਹੈ, ਕਪਾਹੇ ਤੇ ਵੀ ਹੈ, ਲੇਕਿਨ ਉਹਨੂੰ ਸਰਕਾਰ ਲਿਫਟ ਹੀ ਨਹੀਂ ਕਰ ਰਹੀ। ਆਫਟਰ ਆਲ ਤੁਸੀਂ ਮਾਰਕੀਟ ਸਟੱਡੀ ਕਰੋ, ਹਰ ਸਾਲ ਹਰ ਫਸਲ 300-400 ਰੁਪਈਆ ਕੁਇੰਟਲ ਘਾਟੇ ਤੇ ਮੱਕੀ ਵੇਚੀ ਜਾ ਰਹੀ ਹੈ, ਕਪਾਹੇ ਤੇ ਫਾਰਮਰ ਨੂੰ ਲਾਸ ਹੋ ਰਿਹਾ। ਬੜੀ ਵੱਡੀ ਸਟ੍ਰੈਟਜੀ ਇਹਨਾਂ ਦੇ ਕੋਲ। ਇਹ MSP ਤਾਂ ਨਹੀਂ ਹਟਾਉਣਗੇ ਲੇਕਿਨ ਉਹਨੂੰ ਲਿਫਟ ਹੀ ਨਹੀਂ ਕਰਨਗੇ। ਸੇਮ ਮਾਡਲ 2006 ਦੇ ਵਿੱਚ ਫੋਲੋ ਕੀਤਾ ਸੀ ਬਿਹਾਰ ਨੇ। APMC ਨੂੰ ਅਬੋਲਿਸ਼ ਕਰ ਦਿੱਤਾ ਸੀ, ਜਿਹੜੀ ਕਿ ਮਾਰਕੀਟ ਕਮੇਟੀਜ਼ ਨੇ। ਉਹ ਜਦੋਂ ਅਬੋਲਿਸ਼ ਕਰ ਦਿੱਤਾ ਸੀ ਤੇ ਬੜਾ ਕਲੀਅਰਲੀ ਬਿਹਾਰ ਦੇ ਵਿੱਚ ਬਹੁਤ ਸ਼ੋਸ਼ਣ ਕਿਸਾਨ ਦਾ ਕੀਤਾ ਗਿਆ ਸੀ। ਥਰੋ ਅਵੇ ਪ੍ਰਾਈਸਿਸ ਤੇ ਏਜੰਟਾਂ ਨੇ ਕਿਸਾਨ ਦੀ ਫਸਲ ਚੱਕਣੀ ਸ਼ੁਰੂ ਕੀਤੀ ਸੀ ਤੇ ਹੋਰ ਸਟੇਟਾਂ ਦੇ ਵਿੱਚ ਹਿੰਦੁਸਤਾਨ ਦੇ ਵਿੱਚ MSP ਤੇ ਹੀ ਵੇਚਿਆ ਗਿਆ ਉਸ ਫਸਲ ਨੂੰ। ਰਾਤੋਂ ਰਾਤ ਮੈਂ ਸਰਪ੍ਰਾਈਜ਼ ਦਾ 600 ਏਕੜ ਦਾ ਇੱਕ ਪਾਰਕ ਮੋਗੇ ਦੇ ਵਿੱਚ ਅਦਾਨੀ ਨੇ ਆਲਰੇਡੀ ਫਾਈਨਲ ਕਰ ਲਿਆ ਤੇ ਕੈਪਟਨ ਅਮਰਿੰਦਰ ਸਿੰਘ ਨੇ ਆਲਰੇਡੀ ਜਿਹੜੀਆਂ ਪੰਚਾਇਤੀ ਜ਼ਮੀਨਾਂ ਨੇ ਉਹਨਾਂ ਨੂੰ ਵਾਪਸ ਖੋਣ ਦੀ ਇਨੀਸ਼ੀਏਸ਼ਨ ਕਰ ਦਿੱਤੀ ਹੈ। ਐਗਰੀਕਲਚਰ ਐਨਾਲਿਸਿਸ 2015-16 ਕਹਿੰਦਾ ਕਿ 86% ਫਾਰਮਰ ਕੋਲ ਤਾਂ 5 ਏਕੜ ਤੋਂ ਘੱਟ ਲੈਂਡ ਹੋਲਡਿੰਗ ਹੈ। ਜਿਨ੍ਹਾਂ ਕੋਲ ਲੈਂਡ ਹੋਲਡਿੰਗ ਹੀ 2.5-3 ਜਾਂ 4 ਏਕੜ ਆ, ਉਹਦੇ ਕੋਲ ਐਸੀ ਟਰਾਂਸਪੋਰਟ ਫੈਸਿਲਿਟੀ ਕਿਹੜੀ ਹੋਏਗੀ ਕਿ ਉਹ ਆਪਣੀ ਕ੍ਰੌਪ ਨੂੰ ਪਹਿਲਾਂ ਟਰਾਂਸਪੋਰਟ ਕਰਕੇ ਆਊਟ ਸਟੇਟ ਲੈ ਕੇ ਜਾਏਗਾ। ਫਾਈਨੈਂਸ਼ੀਅਲ ਬੈਕਿੰਗ ਚਾਹੀਦੀ ਹੈ, ਹੋਲਡਿੰਗ ਕਪੈਸਿਟੀ ਚਾਹੀਦੀ ਹੈ। ਬਾਹਰ ਜਾ ਕੇ ਏਜੰਟ ਲੱਭੇਗਾ, 3-4 ਦਿਨ ਰਹਿ ਕੇ ਖਰਚੇ ਕਰੇਗਾ, ਫਿਰ ਆਪਣੀ ਫਸਲ ਵੇਚ ਸਕੇਗਾ। ਇਹ ਸਿਰਫ ਇੱਕ ਕੁੱਜਾ ਮਜ਼ਾਕ ਹੈ ਕਿਸਾਨ ਦੇ ਨਾਲ। ਤੇ ਪੰਜਾਬ ਦੀ ਤਾਂ ਰੋਜ਼ੀ ਰੋਟੀ ਹੀ ਐਗਰੀਕਲਚਰ ਹੈ। ਉਹਨੂੰ ਮਾਰਿਆ ਜਾਏਗਾ ਤੇ ਸਾਰਾ ਦਾ ਸਾਰਾ ਪੰਜਾਬ ਮਰੇਗਾ, ਬ੍ਰੇਨ ਡਰੇਨ ਵਧੇਗਾ, ਯੂਥ ਬਾਹਰ ਭੱਜੇਗਾ, ਕ੍ਰਾਈਮ ਵਧੇਗਾ। ਇਵੈਂਚੁਅਲੀ ਸਾਰਾ ਦਾ ਸਾਰਾ ਖਾਮਿਆਜ਼ਾ ਪੰਜਾਬ ਨੇ ਭੁਗਤਣਾ ਹੈ। ਤੁਸੀਂ, ਅਸੀਂ, ਵਪਾਰੀ, ਹਰੇਕ ਬੰਦੇ ਨੇ ਇਹਦਾ ਨੁਕਸਾਨ, ਇਹਦੀ ਖਤਾ ਖਾਣੀ ਹੈ। ਸਿਰਫ ਫਾਰਮਰ ਨੇ ਨਹੀਂ ਖਾਣੀ। ਇਸ ਲਈ ਅਸੀਂ ਫਾਰਮਰ ਦੀ ਐਜੀਟੇਸ਼ਨ ਦੇ ਨਾਲ ਆ। ਤੇ ਇੱਕ ਬੜਾ ਸੌਖਾ ਤਰੀਕਾ ਹੈ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਇੱਕ ਸਪੈਸ਼ਲ ਸੈਸ਼ਨ ਕਾਲ ਕਰਨ, ਜਿਸ ਦੇ ਵਿੱਚ ਇਹਨਾਂ ਆਰਡੀਨੈਂਸਿਸ ਦਾ ਖੰਡਨ ਕਰਨ ਤੇ ਇਹਨਾਂ ਦੇ ਖਿਲਾਫ ਜਾ ਕੇ ਲਾਗੂ ਨਾ ਕਰਨ, ਕਿਉਂਕਿ ਆਫਟਰ ਆਲ ਇੱਕ ਫੂਡ ਆਰਟੀਕਲ ਜਿਹੜਾ ਹੈ ਉਹ ਸਟੇਟ ਦੀ ਕੰਕਰੈਂਟ ਲਿਸਟ ਦੇ ਵਿੱਚ ਆਉਂਦਾ ਹੈ। ਸਟੇਟ ਦੇ ਕੋਲ ਪੂਰਾ ਅਧਿਕਾਰ ਹੈ ਕਿ ਆਪਣੇ ਉੱਤੇ ਰਿਸਟ੍ਰਿਕਸ਼ਨਸ ਇੰਪੋਜ਼ ਹੋਣ ਦੇਣੀਆਂ ਜਾਂ ਨਹੀਂ ਹੋਣ ਦੇਣੀਆਂ। ਆਰਟੀਕਲ 371 ਸੈਕਸ਼ਨ A ਤੋਂ ਲੈ ਕੇ ਸੈਕਸ਼ਨ J ਤੱਕ ਹਿੰਦੁਸਤਾਨ ਦੇ 10 ਸਟੇਟਾਂ ਨੂੰ, ਵਿਚ ਇਨਕਲੂਡਸ ਗੁਜਰਾਤ, ਮਹਾਰਾਸ਼ਟਰ, ਗੋਆ, ਨਾਰਥ ਈਸਟਰਨ ਸਟੇਟਸ, ਇਹਨਾਂ ਨੂੰ ਪ੍ਰੋਟੈਕਟ ਕਰਦਾ ਕਿ ਕਿਸੇ ਵੀ ਆਰਡੀਨੈਂਸ ਦੇ ਖਿਲਾਫ ਸਟੇਟ ਡਿਨਾਈ ਕਰ ਸਕਦੀ ਕਿ ਸਾਨੂੰ ਇਹ ਫੇਵਰੇਬਲ ਨਹੀਂ ਹੈ। ਜੇ ਬਾਰ-ਬਾਰ ਮੋਦੀ ਜੀ ਨੂੰ ਲੱਗਦਾ ਹੈ ਕਿ ਇਹ ਹਿੰਦੁਸਤਾਨ ਦੇ ਫਾਰਮਰ ਵਾਸਤੇ ਬਹੁਤ ਚੰਗਾ, ਉਹ ਬਾਰ-ਬਾਰ ਸਾਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਉਹ ਜੀ ਸੱਦ ਕੇ ਸਾਰੇ ਹਿੰਦੁਸਤਾਨ ਦੇ ਵਿੱਚ ਲਾਗੂ ਕਰਨ ਜਾਂ ਜਿਹੜੇ ਸਟੇਟ ਉਹਦੀ ਸਪੋਰਟ ਕਰਦੇ ਨੇ ਲਾਗੂ ਕਰਨ। ਪੰਜਾਬ ਦੇ ਨਾਲ ਇਹ ਧੱਕਾ ਨਾ ਕਰਨ। ਖੇਤੀ ਸੋਧ ਬਿੱਲ ਨੂੰ ਲੈ ਕੇ ਪੂਰੇ ਪੰਜਾਬ ਅਤੇ ਹਰਿਆਣਾ ਦੇ ਵਿੱਚ ਰੋਸ ਪ੍ਰਦਰਸ਼ਨ ਹੋ ਰਿਹਾ ਹੈ। ਕਿਸਾਨ ਸੜਕਾਂ ਦੇ ਉੱਪਰ ਹੈ। ਕਿਸਾਨਾਂ ਨੇ ਪੱਕੇ ਮੋਰਚੇ ਲਗਾ ਲਏ ਆ ਕਿ ਜਦੋਂ ਤੱਕ ਇਹ ਬਿੱਲ ਨੂੰ ਵਾਪਸ ਨਹੀਂ ਲਿਆ ਜਾਊਗਾ ਤਾਂ ਉਦੋਂ ਤੱਕ ਕਿਸਾਨ ਸੜਕਾਂ ਦੇ ਉੱਪਰ ਰਹਿਣਗੇ। 25 ਤਰੀਕ ਨੂੰ ਮੁਕੰਮਲ ਪੰਜਾਬ ਬੰਦ ਦੀ ਵੀ ਕਾਲ ਦੇ ਦਿੱਤੀ ਹੈ ਤੇ ਹੁਣ ਨੌਜਵਾਨ ਵੱਡੇ ਪੱਧਰ ਤੇ ਉੱਪਰ ਉੱਠ ਕੇ ਆ ਰਹੇ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਖੜਾਂਗੇ, ਕਿਉਂਕਿ ਆਮ ਤੌਰ ਦੇ ਉੱਪਰ ਨੌਜਵਾਨਾਂ ਦੇ ਉੱਪਰ ਵੀ ਇੱਕ ਇਲਜ਼ਾਮ ਲੱਗਦਾ ਕਿ ਨੌਜਵਾਨੀ ਇਹ ਚੀਜ਼ਾਂ AC ਵਾਲੇ ਕਮਰਿਆਂ 'ਚ, ਗੱਡੀਆਂ 'ਚ ਜਾਂ ਚੰਡੀਗੜ੍ਹ ਵਰਗੀਆਂ ਸੜਕਾਂ ਦੇ ਉੱਪਰ ਘੁੰਮ ਕੇ ਹੀ ਨੌਜਵਾਨੀ ਆਪਣੀ ਗਾਲ ਰਹੇ ਆ। ਪਰ ਇਸ ਵਾਰ ਇੱਕ ਵੱਡੀ ਚੀਜ਼ ਦੇਖਣ ਨੂੰ ਮਿਲੀ ਕਿ ਨੌਜਵਾਨ ਅੱਗੇ ਆ ਰਹੇ ਨੇ। ਇਸ ਦੇ ਨਾਲ ਨਾਲ ਇੱਕ ਚੀਜ਼ ਹੋਰ ਸਾਹਮਣੇ ਆ ਰਹੀ ਹੈ ਕਿ ਇਸ ਬਿੱਲ ਦਾ ਸਿੱਧੇ ਰੂਪ ਦੇ ਵਿੱਚ ਪ੍ਰਾਈਵੇਟ ਕੰਪਨੀਆਂ ਨੂੰ ਲਾਹਾ ਦੇਣ ਲਈ ਸਰਕਾਰ ਨੇ ਇਹ ਬਿੱਲ ਬਣਾ ਦਿੱਤੇ। ਤਾਂ ਹੁਣ ਨੌਜਵਾਨ ਅੱਗੇ ਆਏ ਨੇ ਕਿ ਇਹ ਸਿਰਫ ਤੇ ਸਿਰਫ ਅੰਬਾਨੀ ਤੇ ਅਡਾਨੀਆਂ ਨੂੰ ਹੀ ਫਾਇਦਾ ਪਹੁੰਚਾਉਣ ਦੇ ਲਈ ਕਿਸਾਨਾਂ ਨੂੰ ਸਰਕਾਰ ਮਾਰ ਰਹੀ ਹੈ। ਤਾਂ ਹੁਣ ਕੁਝ ਨੌਜਵਾਨ ਇਹ ਕਹਿ ਰਹੇ ਨੇ ਕਿ ਪੰਜਾਬ ਭਰ ਦੇ ਵਿੱਚ ਰਿਲਾਇੰਸ ਦੇ ਪੰਪ ਅਤੇ ਰਿਲਾਇੰਸ ਦੀਆਂ ਚੀਜ਼ਾਂ ਨੂੰ ਬਾਈਕਾਟ ਕੀਤਾ ਜਾਣਾ ਚਾਹੀਦਾ ਆ। ਨੌਜਵਾਨ ਸਾਡੇ ਨਾਲ ਹੈਗੇ ਨੇ। ਅਸੀਂ ਇਸ ਵੇਲੇ ਜਲੰਧਰ ਪਠਾਨਕੋਟ ਹਾਈਵੇ ਦੇ ਉੱਪਰ ਆ। ਇਹ ਰਿਲਾਇੰਸ ਮਾਲ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ। ਇਹ ਨੌਜਵਾਨ ਕਹਿੰਦੇ ਨੇ ਕਿ ਰਿਲਾਇੰਸ ਦੀਆਂ ਸਾਰੀਆਂ ਚੀਜ਼ਾਂ ਨੂੰ ਬਾਈਕਾਟ ਕਰ ਦੇਣਾ ਚਾਹੀਦਾ ਹੈ। ਰਿਲਾਇੰਸ ਦੇ ਪੰਪਾਂ ਤੋਂ ਤੇਲ ਨਹੀਂ ਪਵਾਉਣਾ ਚਾਹੀਦਾ। ਕਾਰਨ ਕੀ ਹੈ, ਗੱਲਬਾਤ ਕਰਦੇ ਹਾਂ। ਮਨਸਿਮਰਨ ਜੀ, ਤੁਹਾਨੂੰ ਕਿਉਂ ਲੱਗਦਾ ਕਿ ਰਿਲਾਇੰਸ ਦਾ ਬਾਈਕਾਟ ਕਰਨਾ ਚਾਹੀਦਾ? ਮਨਦੀਪ ਜੀ, ਸਿਰਫ ਰਿਲਾਇੰਸ ਦਾ ਬਾਈਕਾਟ ਹੀ ਨਹੀਂ, ਤੁਸੀਂ ਬੜੀ ਚੰਗੀ ਤਰ੍ਹਾਂ ਐਕਸਪਲੇਨ ਕੀਤਾ ਹੈ। ਕਿਉਂਕਿ ਜਿਹੜੀ ਮੋਦੀ ਸਰਕਾਰ ਨੇ 5 ਜੂਨ ਨੂੰ ਇਹ 3 ਆਰਡੀਨੈਂਸਿਸ ਜਿਹੜੀਆਂ
ਜਦੋਂ ਦੇਸ਼ ਦੇ ਵਿੱਚ ਇੱਕ ਫਾਈਨੈਂਸ਼ੀਅਲ ਮੈਡੀਕਲ ਐਮਰਜੈਂਸੀ ਚੱਲ ਰਹੀ ਹੈ ਉਸ ਦੇ ਦੌਰਾਨ ਬੈਕਡੋਰ ਐਂਟਰੀ ਯੂਜ਼ ਕਰਕੇ ਮੈਂ ਕਹੂੰਗਾ ਸਾਰਾ ਪ੍ਰੋਸੀਜਰ ਆਫ ਲਾਅ ਨੂੰ ਅਵੋਇਡ ਕਰਕੇ ਬੇਸਿਕਲੀ 3 ਆਰਡੀਨੈਂਸਸ ਧੱਕੇ ਨਾਲ ਲਾਗੂ ਕੀਤੀਆਂ ਦੇਸ਼ ਦੇ ਵਿੱਚ, ਜਿਹਦੇ 'ਚ ਪਹਿਲਾਂ ਤਾਂ ਐਸੈਂਸ਼ੀਅਲ ਕਮੋਡਿਟੀਜ਼ ਐਕਟ ਹੁੰਦੀ ਸੀ 1955, ਉਹਨੂੰ ਸੁਪਰਸੀਡ ਕਰ ਲਿਆ ਐਸੈਂਸ਼ੀਅਲ ਕਮੋਡਿਟੀਜ਼ ਆਰਡੀਨੈਂਸ ਨੇ। ਸੈਕਿੰਡ ਆ ਗਈ ਫਾਰਮਰਸ ਪ੍ਰੋਡਿਊਸ ਟ੍ਰੇਡ ਐਂਡ ਕਾਮਰਸ ਪ੍ਰੋਮੋਸ਼ਨ ਐਂਡ ਫੈਲਿਸਿਟੇਸ਼ਨ ਆਰਡੀਨੈਂਸ। ਤੀਸਰੀ ਆ ਗਈ ਫਾਰਮਰਸ ਐਗਰੀਮੈਂਟ ਆਰਡੀਨੈਂਸ। ਇਹ ਤਿੰਨੇ ਮੈਂ ਤਾਂ ਸਾਫ਼ ਸ਼ਬਦਾਂ ਦੇ ਵਿੱਚ ਕਹੂੰਗਾ ਕਿ ਇਹ ਵੈਰੀ ਵੈਲ ਕੈਲਕੂਲੇਟਡ ਈਵਲ ਡਿਜ਼ਾਈਨਸ ਨੇ, ਜਿਹਦਾ ਕਿ ਓਰੀਜਨਲ ਮੰਤਵ ਤੇ ਇਵੈਂਚੁਅਲ ਮਕਸਦ ਸਿਰਫ ਕਿਸਾਨ ਤੇ ਕਿਸਾਨੀ ਨੂੰ ਗਹਿਣੇ ਰੱਖਣਾ ਹੈ ਵੱਡੀਆਂ ਕੰਪਨੀਆਂ ਤੇ ਕੈਪੀਟਲਿਸਟ ਦੇ ਕੋਲ। ਇਹ ਸਾਰਾ ਦਾ ਸਾਰਾ ਘੁਮਾ ਕੇ ਉਹਨਾਂ ਨੂੰ ਫੇਵਰ ਕੀਤਾ ਜਾਏਗਾ। ਦੇਖਣ ਨੂੰ ਇਦਾਂ ਲੱਗ ਰਿਹਾ ਜਿਵੇਂ ਸਾਰਾ ਦੇਸ਼ ਚੱਲ ਹੀ ਅੰਬਾਨੀ ਤੇ ਅਦਾਨੀਆਂ ਕਰਕੇ ਰਿਹਾ ਜਾਂ ਫਿਊ ਮੋਰ ਸਟਰੋਂਗ ਗਰੁੱਪਸ। ਇਸ ਕਰਕੇ ਕਿਤੇ ਨਾ ਕਿਤੇ ਅਸੀਂ ਇਹਨਾਂ ਦਾ ਇੰਡਾਇਰੈਕਟ ਬਾਇਕਾਟ ਕਰਨਾ ਚਾਹੁੰਦੇ ਹਾਂ, ਕਿਉਂਕਿ ਬੜੀ ਹੈਰਾਨੀਜਨਕ ਗੱਲ ਹੈ ਜਿੱਥੇ ਪੀਐਮ ਮੋਦੀ ਹਰ ਵੇਲੇ ਕੋਵਿਡ ਰਿਲੀਫ ਪੈਕੇਜ ਦੇਣ ਦੀ ਗੱਲ ਕਰ ਰਹੇ ਸੀ ਹਿੰਦੁਸਤਾਨ ਨੂੰ, ਗਰੀਬ ਨੂੰ, ਜ਼ਿਮੀਂਦਾਰ ਨੂੰ, ਲੋੜਵੰਦ ਨੂੰ, ਉੱਥੇ ਹੀ ਔਨ ਦੀ ਕੰਟਰਰੀ ਇੰਨੀ ਹਿਪੋਕ੍ਰੇਸੀ ਚੰਗੀ ਨਹੀਂ ਲੱਗਦੀ ਕਿ ਤੁਸੀਂ ਫਾਰਮਰਸ ਦਾ ਸੁਸਾਈਡ ਅਨਾਉਂਸ ਕਰ ਦਿੱਤਾ। ਬੇਸਿਕਲੀ ਇਸ ਦੇ ਨਾਲ ਫਾਰਮਰ ਦਾ ਸ਼ੋਸ਼ਣ ਹੋਏਗਾ। ਜਿਹੜੇ 3 ਆਰਡੀਨੈਂਸ ਨੇ ਉਹ ਕਿਉਂ ਹੋਏਗਾ ਮੈਂ ਤੁਹਾਨੂੰ ਉਹਦੇ ਨਾਲ ਐਕਸਪਲੇਨ ਕਰ ਦਿੰਦਾ। ਪਹਿਲਾ ਇਹਨਾਂ ਨੇ ਆਰਡੀਨੈਂਸ ਜਿਹੜਾ ਅਨਾਉਂਸ ਕੀਤਾ ਹੈ ਐਸੈਂਸ਼ੀਅਲ ਕਮੋਡਿਟੀਜ਼ ਆਰਡੀਨੈਂਸ, ਜਿਹਦੇ ਤਹਿਤ ਮੇਜਰ ਫੂਡ ਆਰਟੀਕਲਸ ਐਸੈਂਸ਼ੀਅਲ ਕਮੋਡਿਟੀਜ਼ ਦੇ ਅੰਡਰ ਆਉਂਦੀਆਂ ਸੀਗੀਆਂ, ਜਿਹਦੀ ਇੱਕ MSP ਮਿਨੀਮਮ ਸਪੋਰਟ ਪ੍ਰਾਈਸ ਡਿਸਾਈਡ ਕੀਤਾ ਜਾਂਦਾ ਸੀ ਤੇ ਜਿਹੜਾ ਕਿਸਾਨ ਆਪਣੀ ਜਿਹੜੀ ਫਸਲ ਆ ਉਹਨੂੰ ਆਪਣੇ ਲਾਗਲੀ ਮਾਰਕੀਟ ਦੇ ਵਿੱਚ, ਲਾਗਲੀ ਮੰਡੀ ਦੇ ਵਿੱਚ ਸਿੱਟਦੀ ਸੀ, ਜਿਹਦੇ ਨਾਲ MSP ਨੂੰ ਸਰਕਾਰ ਭਰਦੀ ਸੀ ਤੇ ਉਹਦੇ ਪ੍ਰੋਡਿਊਸ ਨੂੰ ਚੱਕਦੀ ਸੀ, ਜਿਹਦੇ ਕਰਕੇ ਅੱਜ ਤੱਕ ਪੰਜਾਬ ਦੇ ਕਿਸਾਨ ਦਾ ਘਰ ਤੇ ਉਹਦੀ ਫਸਲ ਸੁਰੱਖਿਅਤ ਸੀ। ਵਰਨਾ ਅੱਜ ਦੇ ਹਾਲਾਤਾਂ ਦੇ ਵਿੱਚ ਬਿਜਲੀ ਦੀਆਂ ਦਰਾਂ ਦੇਖ ਕੇ, ਖਰਚੇ ਦੇਖ ਕੇ ਕੋਈ ਬਹੁਤ ਜ਼ਿਆਦਾ ਮੁਨਾਫਾ ਨਹੀਂ ਕਿਸਾਨੀ ਕਮਾ ਪਾ ਰਹੀ ਪੰਜਾਬ ਦੇ ਵਿੱਚ, ਲੇਕਿਨ MSP ਨੇ ਕਿਤੇ ਨਾ ਕਿਤੇ ਪੰਜਾਬ ਨੂੰ ਬਚਾਇਆ ਹੋਇਆ ਸੀ। ਹੁਣ MSP ਅਬੋਲਿਸ਼ ਹੋ ਜਾਏਗੀ ਇਸ ਆਰਡੀਨੈਂਸ ਦੇ ਤਹਿਤ। ਐਸੈਂਸ਼ੀਅਲ ਕਮੋਡਿਟੀਜ਼ ਹਟਾ ਦਿੱਤੀਆਂ ਗਈਆਂ। ਉਹਦੇ ਨਾਲ ਹੋਏਗਾ ਕਿ ਮਿਨੀਮਮ ਸਪੋਰਟ ਪ੍ਰਾਈਸ ਕਿਸਾਨ ਨੂੰ ਨਹੀਂ ਮਿਲੇਗਾ, ਕਿਸਾਨ ਸੁਰੱਖਿਅਤ ਨਹੀਂ ਰਿਹਾ। ਜਿਹੜੀ ਕਿਸਾਨ ਦੀ ਸੇਫਟੀ ਸੀ ਉਹ ਤਾਂ ਕਿਤੇ ਰਹੀ ਨਹੀਂ। ਕਿਸਾਨ ਤਾਂ ਹੁਣ ਸੜਕਾਂ ਦੇ ਉੱਤੇ ਫਿਰੇਗਾ, ਕਿਸਾਨ ਮੰਡੀ ਘੁੰਮਿਆ ਕਰੇਗਾ ਆਪਣੀ ਫਸਲ ਨੂੰ ਲੈ ਕੇ, ਤੇ ਉਹਦੀ ਬੇਸਿਕਲੀ ਸ਼ੋਸ਼ਣ ਕੀਤਾ ਜਾਏਗਾ ਵੱਡੀ ਕੰਪਨੀਆਂ ਤੋਂ। ਤੇ ਜਿਹੜੇ ਧਨਾੜ ਲੋਕ ਨੇ ਜਿਨ੍ਹਾਂ ਤੇ ਗਵਰਨਮੈਂਟ ਦੀ ਬੈਕਿੰਗ ਹੈ ਜਾਂ ਪੋਲੀਟੀਕਲ ਲੀਡਰਾਂ ਦੀ ਬੈਕਿੰਗ ਹੈ ਜਾਂ ਕਿਤੇ ਨਾ ਕਿਤੇ ਇਹਨਾਂ ਦੇ ਹਿੱਸੇ ਨੇ, ਇਵੈਂਚੁਅਲੀ ਇਹਨਾਂ ਨੂੰ ਹੀ ਫਾਇਦੇ ਮਿਲਣੇ ਨੇ, ਜਿਹਦੇ ਨਾਲ ਆਲਰੇਡੀ ਦਿਖਣਾ ਸ਼ੁਰੂ ਹੋ ਗਿਆ। ਹਾਲੇ ਕੁਝ ਦਿਨ ਵੀ ਨਹੀਂ ਹੋਏ ਆਰਡੀਨੈਂਸ ਨੂੰ ਪਾਸ ਹੋਇਆ। ਸਰਕਾਰ ਇਹ ਦਾਅਵਾ ਕਰਦੀ ਹੈ ਕਿ MSP ਖਤਮ ਨਹੀਂ ਹੋਊਗਾ, ਅਸੀਂ ਕਿਤੇ ਵੀ ਲਿਖਣ ਨੂੰ ਤਿਆਰ ਹਾਂ। ਹਾਲਾਂਕਿ ਅਕਾਲੀ ਦਲ ਦੇ ਲੀਡਰ ਤਾਂ ਲਿਖਵਾ ਕੇ ਵੀ ਲੈ ਕੇ ਆਏ ਨੇ ਕਿ MSP ਨਹੀਂ ਖਤਮ ਹੋਊਗੀ, ਪਰ ਕਿਸਾਨਾਂ ਨੂੰ ਕਿਹੜੀ ਚੀਜ਼ ਦਾ ਡਰ ਆ ਫਿਰ? ਮਨਦੀਪ ਜੀ, ਜੇ MSP ਨਹੀਂ ਵੀ ਖਤਮ ਹੁੰਦੀ ਤਾਂ ਵੀ ਫਾਰਮਰ ਨੂੰ ਇਕੁਅਲੀ ਮੌਤ ਹੈ, ਕਿਉਂਕਿ MSP ਤਾਂ ਮੱਕੀ ਤੇ ਵੀ ਹੈ, ਕਪਾਹੇ ਤੇ ਵੀ ਹੈ, ਲੇਕਿਨ ਉਹਨੂੰ ਸਰਕਾਰ ਲਿਫਟ ਹੀ ਨਹੀਂ ਕਰ ਰਹੀ। ਆਫਟਰ ਆਲ ਤੁਸੀਂ ਮਾਰਕੀਟ ਸਟੱਡੀ ਕਰੋ, ਹਰ ਸਾਲ ਹਰ ਫਸਲ 300-400 ਰੁਪਇਆ ਕੁਇੰਟਲ ਘਾਟੇ ਤੇ ਮੱਕੀ ਵੇਚੀ ਜਾ ਰਹੀ ਹੈ, ਕਪਾਹੇ ਤੇ ਫਾਰਮਰ ਨੂੰ ਲਾਸ ਹੋ ਰਿਹਾ। ਬੜੀ ਵੱਡੀ ਸਟ੍ਰੈਟਜੀ ਇਹਨਾਂ ਦੇ ਕੋਲ। ਇਹ MSP ਤਾਂ ਨਹੀਂ ਹਟਾਉਣਗੇ ਲੇਕਿਨ ਉਹਨੂੰ ਲਿਫਟ ਹੀ ਨਹੀਂ ਕਰਨਗੇ। ਕੌਣ ਫੋਰਸ ਕਰੇਗਾ ਗਵਰਨਮੈਂਟ ਏਜੰਸੀਆਂ ਨੂੰ ਲਿਫਟ ਕਰਨ ਵਾਸਤੇ? ਤੇ ਇਵੈਂਚੁਅਲੀ ਜਦੋਂ ਕਿਸਾਨ ਦੇ ਕੋਲ ਉਹਦੀ ਪ੍ਰੋਡਿਊਸ ਪਈ ਰਹੇਗੀ ਤਾਂ ਉਹਦਾ ਫਾਇਦਾ ਇਹ ਪ੍ਰਾਈਵੇਟ ਕੰਪਨੀਆਂ ਚੱਕਣਗੀਆਂ, ਅੰਬਾਨੀ ਅਦਾਨੀ ਚੱਕਣਗੇ, ਸਟਰੋਂਗ ਧਨਾੜ ਲੋਕ ਚੱਕਣਗੇ ਜਿਨ੍ਹਾਂ ਕੋਲ ਬੈਕਿੰਗ ਹੋਣਗੀਆਂ। ਸੇਮ ਮਾਡਲ 2006 ਦੇ ਵਿੱਚ ਫੋਲੋ ਕੀਤਾ ਸੀ ਬਿਹਾਰ ਨੇ। APMC ਨੂੰ ਅਬੋਲਿਸ਼ ਕਰ ਦਿੱਤਾ ਸੀ, ਜਿਹੜੀ ਕਿ ਮਾਰਕੀਟ ਕਮੇਟੀਜ਼ ਨੇ। ਉਹ ਜਦੋਂ ਅਬੋਲਿਸ਼ ਕਰ ਦਿੱਤਾ ਸੀ ਤੇ ਬੜਾ ਕਲੀਅਰਲੀ ਬਿਹਾਰ ਦੇ ਵਿੱਚ ਬਹੁਤ ਸ਼ੋਸ਼ਣ ਕਿਸਾਨ ਦਾ ਕੀਤਾ ਗਿਆ ਸੀ। ਥਰੋ ਅਵੇ ਪ੍ਰਾਈਸਿਸ ਤੇ ਏਜੰਟਾਂ ਨੇ ਕਿਸਾਨ ਦੀ ਫਸਲ ਚੱਕਣੀ ਸ਼ੁਰੂ ਕੀਤੀ ਸੀ ਤੇ ਹੋਰ ਸਟੇਟਾਂ ਦੇ ਵਿੱਚ ਹਿੰਦੁਸਤਾਨ ਦੇ ਵਿੱਚ MSP ਤੇ ਹੀ ਵੇਚਿਆ ਗਿਆ ਉਸ ਫਸਲ ਨੂੰ। ਇਸੇ ਤਰ੍ਹਾਂ ਦੇ ਨਾਲ ਹੁਣ ਸ਼ੋਸ਼ਣ ਹੋਏਗਾ। ਰਾਤੋਂ ਰਾਤ ਮੈਂ ਸਰਪ੍ਰਾਈਜ਼ ਦਾ 600 ਏਕੜ ਦਾ ਇੱਕ ਪਾਰਕ ਮੋਗੇ ਦੇ ਵਿੱਚ ਅਦਾਨੀ ਨੇ ਆਲਰੇਡੀ ਫਾਈਨਲ ਕਰ ਲਿਆ ਤੇ ਕੈਪਟਨ ਅਮਰਿੰਦਰ ਸਿੰਘ ਨੇ ਆਲਰੇਡੀ ਜਿਹੜੀਆਂ ਪੰਚਾਇਤੀ ਜ਼ਮੀਨਾਂ ਨੇ ਉਹਨਾਂ ਨੂੰ ਵਾਪਸ ਖੋਣ ਦੀ ਇਨੀਸ਼ੀਏਸ਼ਨ ਕਰ ਦਿੱਤੀ ਹੈ। ਉਹਦੇ ਨਾਲ ਇਵੈਂਚੁਅਲੀ ਕੀ ਹੋਏਗਾ? ਕਿਸਾਨ ਮਾਰਿਆ ਜਾਏਗਾ ਤੇ ਤਗੜੇ ਲੋਕ ਹੋਰ ਤਗੜੇ ਕੀਤੇ ਜਾਣਗੇ। ਅੱਛਾ, ਇੱਕ ਗੱਲ ਇਹ ਹੈ ਕਿ ਸਰਕਾਰ ਕਹਿੰਦੀ ਜਦੋਂ ਅਸੀਂ ਇਹਨੂੰ ਪ੍ਰਾਈਵੇਟ ਕਰ ਦਾਂਗੇ ਤੇ ਕਿਸਾਨਾਂ ਨੂੰ ਸਭ ਤੋਂ ਵੱਧ ਫਾਇਦਾ ਹੋਊਗਾ, ਕਿਸਾਨ ਕਿਤੇ ਵੀ ਆਪਣੀ ਫਸਲ ਵੇਚ ਸਕਦਾ ਵਾ। ਤੇ ਜਿਹੜੀਆਂ ਚੀਜ਼ਾਂ ਜਾਂ ਜਿਹੜੀਆਂ ਸੰਸਥਾਵਾਂ, ਜਿਵੇਂ ਪੈਟਰੋਲ ਦੀ ਗੱਲ ਕਰ ਲਈਏ ਆਪਾਂ, ਕਿ ਜੇ ਪ੍ਰਾਈਵੇਟ ਹੱਥਾਂ ਦੇ ਵਿੱਚ ਗਿਆ ਤੇ ਪੈਟਰੋਲ ਦੀ ਕੀਮਤ, ਡੀਜ਼ਲ ਦੀ ਕੀਮਤ ਤੁਸੀਂ ਦੇਖ ਲਓ, ਤੇ ਸੁਭਾਵਿਕ ਹੈ ਕਿ ਫਿਰ ਖੇਤੀਬਾੜੀ ਦੇ ਵਿੱਚ ਵੀ ਨੁਕਸਾਨ ਤਾਂ ਕਿਸਾਨ ਦਾ ਹੀ ਹੋਊਗਾ ਨਾ। ਪ੍ਰਾਈਵੇਟ ਕੰਪਨੀਆਂ ਆਪਣੇ ਪਲਾਂਟ ਲਾ ਲੈਣਗੀਆਂ। ਮਨਦੀਪ ਜੀ, ਫਾਰਮਰਸ ਪ੍ਰੋਡਿਊਸ ਟ੍ਰੇਡ ਐਂਡ ਕਾਮਰਸ ਆਰਡੀਨੈਂਸ ਜਿਹੜੀ ਉਹਦੀ ਖਾਸੀਅਤ ਇਹ ਹੈ, ਸੁਣਨ ਨੂੰ ਬਹੁਤ ਸੋਹਣੀ ਲੱਗਦੀ ਹੈ ਕਿ ਉਹਦੇ ਅੰਡਰ ਇੰਟਰਸਟੇਟ ਤੇ ਇੰਟਰਾ ਸਟੇਟ ਟ੍ਰੇਡ ਫ੍ਰੀ ਅਲਾਉ ਹੋ ਗਿਆ ਕਿਸਾਨ ਨੂੰ, ਕਿ ਕਿਸਾਨ ਆਪਣੀ ਕ੍ਰੌਪ ਜਿਹੜਾ ਕਿ ਪਹਿਲਾਂ ਲਿਮਿਟਿਡ ਸੀ, ਸਿਰਫ ਆਪਣੇ ਕੋਲ ਲੱਗਦੀ ਮੰਡੀ 'ਚ ਹੀ ਵੇਚ ਸਕਦਾ ਸੀ, ਹੁਣ ਉਹ ਕਿਤੇ ਵੀ ਹਿੰਦੁਸਤਾਨ ਦੇ ਕਾਰਨਰ ਦੇ ਵਿੱਚ ਜਾ ਕੇ ਆਪਣੀ ਫਸਲ ਵੇਚ ਸਕਦਾ। ਔਨ ਦੀ ਕੰਟਰਰੀ ਐਗਰੀਕਲਚਰ ਐਨਾਲਿਸਿਸ 2015-16 ਕਹਿੰਦਾ ਹੈ ਕਿ 86% ਫਾਰਮਰ ਕੋਲ ਤਾਂ 5 ਏਕੜ ਤੋਂ ਘੱਟ ਲੈਂਡ ਹੋਲਡਿੰਗ ਹੈ,
ਜਿਨ੍ਹਾਂ ਕੋਲ ਲੈਂਡ ਹੋਲਡਿੰਗ ਹੀ 2.5-3 ਜਾਂ 4 ਏਕੜ ਆ, ਉਹਦੇ ਕੋਲ ਐਸੀ ਟਰਾਂਸਪੋਰਟ ਫੈਸਿਲਿਟੀ ਕਿਹੜੀ ਹੋਏਗੀ ਕਿ ਉਹ ਆਪਣੀ ਕ੍ਰੌਪ ਨੂੰ ਪਹਿਲਾਂ ਟਰਾਂਸਪੋਰਟ ਕਰਕੇ ਆਊਟ ਸਟੇਟ ਲੈ ਕੇ ਜਾਏਗਾ। ਫਾਈਨੈਂਸ਼ੀਅਲ ਬੈਕਿੰਗ ਚਾਹੀਦੀ ਹੈ, ਹੋਲਡਿੰਗ ਕਪੈਸਿਟੀ ਚਾਹੀਦੀ ਹੈ, ਬਾਹਰ ਜਾ ਕੇ ਏਜੰਟ ਲੱਭੇਗਾ, 3-4 ਦਿਨ ਰਹਿ ਕੇ ਖਰਚੇ ਕਰੇਗਾ, ਫਿਰ ਆਪਣੀ ਫਸਲ ਵੇਚ ਸਕੇਗਾ। ਇਹ ਸਿਰਫ ਇੱਕ ਕੁੱਜਾ ਮਜ਼ਾਕ ਹੈ ਕਿਸਾਨ ਦੇ ਨਾਲ। ਕਿਸਾਨ ਤੇ ਆਲਰੇਡੀ ਨਾ ਮਜਬੂਰ ਆ, ਉਹ ਤੇ 10 ਦਿਨ ਵੀ ਆਪਣੀ ਫਸਲ ਵੇਟ ਨਹੀਂ ਕਰ ਸਕਦਾ ਰੱਖ ਕੇ, ਤੇ ਉਹ ਬਾਹਰਲੀ ਸਟੇਟਾਂ ਦੇ ਵਿੱਚ ਜਾ ਕੇ ਟਰਾਂਸਪੋਰਟ ਖਰਚ ਕੇ ਕਿੱਥੋਂ ਆਪਣੀ ਫਸਲ ਵੇਚਣ ਜਾਏਗਾ। ਸਿਮਰਨ ਜੀ, ਤੁਹਾਨੂੰ ਲੱਗਦਾ ਕਿ ਜੇ ਰਿਲਾਇੰਸ ਨੂੰ ਪੂਰੇ ਪੰਜਾਬ ਦੇ ਵਿੱਚ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬਾਈਕਾਟ ਕਰ ਦੇਣਾ ਚਾਹੀਦਾ, ਉਹਦਾ ਅਸਰ ਕਿਤੇ ਨਾ ਕਿਤੇ ਦੇਖਣ ਨੂੰ ਮਿਲੂਗਾ ਥੋੜਾ ਬਹੁਤ? ਅਸਰ ਬਹੁਤ ਜ਼ਿਆਦਾ ਤਗੜਾ ਮਿਲੂਗਾ। ਕਰੋਨਾ ਮਹਾਮਾਰੀ ਦੇ ਵਿੱਚ ਵੀ ਪੂਰਾ ਦਾ ਸਾਰੀ ਕਿਸਾਨ ਹੀ ਨਹੀਂ, ਪੂਰਾ ਦਾ ਪੂਰਾ ਪੰਜਾਬ ਹਰ ਇੱਕ ਸੈਗਮੈਂਟ ਸੜਕਾਂ ਤੇ ਉਤਰਿਆ ਹੈ। ਕਿਉਂਕਿ ਮੈਂ ਇੱਕ ਗੱਲ ਕਲੀਅਰ ਕਰਨੀ ਚਾਹੁੰਦਾ, ਇਹਦੇ ਨਾਲ ਸਿਰਫ ਕਿਸਾਨ ਦੀ ਮੌਤ ਨਹੀਂ ਹੈ। ਇਹ ਤਿੰਨੋਂ ਆਰਡੀਨੈਂਸਸ ਦੇ ਨਾਲ ਸਿਰਫ ਕਿਸਾਨ ਦਾ ਸੁਸਾਈਡ ਜਾਂ ਕਿਸਾਨ ਦੀ ਡੈਥ ਵਾਰੰਟ ਨਹੀਂ ਇਸ਼ੂ ਕੀਤੇ ਬੀਜੇਪੀ ਸਰਕਾਰ ਨੇ, ਰਾਦਰ ਹਰ ਇੱਕ ਸੈਕਟਰ ਨੇ ਹਰਟ ਹੋਣਾ। ਕਿਸਾਨੀ ਦੇ ਨਾਲ ਸਿੱਧਾ ਇੰਟਰ ਰਿਲੇਟਡ ਹੈ ਨੈਕਸਟ ਛੋਟਾ ਦੁਕਾਨਦਾਰ। ਛੋਟੇ ਦੁਕਾਨਦਾਰ ਨੇ ਇਫੈਕਟ ਕਰਨਾ ਵੱਡੀ ਇੰਡਸਟਰੀ ਨੂੰ, ਕਿਉਂਕਿ ਆਫਟਰ ਆਲ ਇੱਕ ਐਗਰੀਕਲਚਰਿਸਟ ਇਕਨੋਮੀ ਹਿੰਦੁਸਤਾਨ ਦੀ, ਤੇ ਪੰਜਾਬ ਦੀ ਤੇ ਰੋਜ਼ੀ ਰੋਟੀ ਹੀ ਐਗਰੀਕਲਚਰ ਹੈ। ਉਹਨੂੰ ਮਾਰਿਆ ਜਾਏਗਾ ਤੇ ਸਾਰਾ ਦਾ ਸਾਰਾ ਪੰਜਾਬ ਮਰੇਗਾ, ਬ੍ਰੇਨ ਡਰੇਨ ਵਧੇਗਾ, ਯੂਥ ਬਾਹਰ ਭੱਜੇਗਾ, ਕ੍ਰਾਈਮ ਵਧੇਗਾ। ਇਵੈਂਚੁਅਲੀ ਸਾਰਾ ਦਾ ਸਾਰਾ ਖਾਮਿਆਜ਼ਾ ਪੰਜਾਬ ਨੇ ਭੁਗਤਣਾ ਹੈ। ਤੁਸੀਂ, ਅਸੀਂ, ਵਪਾਰੀ, ਹਰੇਕ ਬੰਦੇ ਨੇ ਇਹਦਾ ਨੁਕਸਾਨ, ਇਹਦੀ ਖਤਾ ਖਾਣੀ ਹੈ। ਸਿਰਫ ਫਾਰਮਰ ਨੇ ਨਹੀਂ ਖਾਣੀ। ਇਸ ਲਈ ਅਸੀਂ ਫਾਰਮਰ ਦੀ ਐਜੀਟੇਸ਼ਨ ਦੇ ਨਾਲ ਆ, ਤੇ ਜਿੰਨੀ ਆਵਾਜ਼ ਬੁਲੰਦ ਫਾਰਮਰ ਨੇ ਕਰਨੀ ਹੈ, ਆਈ ਐਮ ਹੋਪਫੁਲ ਕਿ ਰਾਸ਼ਟਰਪਤੀ ਇਹਨੂੰ ਸਟ੍ਰਾਈਕ ਆਫ ਕਰ ਦੇਵੇ ਆਰਡੀਨੈਂਸਿਸ ਨੂੰ। ਨਹੀਂ ਹੋਇਆ ਤੇ ਸੁਪਰੀਮ ਕੋਰਟ ਤੋਂ ਕਿਤੇ ਨਾ ਕਿਤੇ ਹੋਣੀ ਚਾਹੀਦੀ ਹੈ। ਜੇ ਫਿਰ ਵੀ ਬੀਜੇਪੀ ਸਰਕਾਰ ਇੰਨੀ ਬੋਲੀ ਹੋਗੀ ਕਿ ਉਹਨੂੰ ਸਾਰਾ ਪੰਜਾਬ ਸੜਕਾਂ ਤੇ ਉਤਰ ਆਇਆ, ਸਾਰਾ ਪੰਜਾਬ ਬੰਦ ਹੋ ਗਿਆ, ਜੇ ਤਾਂ ਵੀ ਇਹ ਆਵਾਜ਼ ਧਮਕ ਉਹਨਾਂ ਨੂੰ ਇਨਫ ਨਹੀਂ ਲੱਗ ਰਹੀ, ਤੇ ਇੱਕ ਬੜਾ ਸੌਖਾ ਤਰੀਕਾ ਹੈ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਇੱਕ ਸਪੈਸ਼ਲ ਸੈਸ਼ਨ ਕਾਲ ਕਰਨ, ਜਿਸ ਦੇ ਵਿੱਚ ਇਹਨਾਂ ਆਰਡੀਨੈਂਸਿਸ ਦਾ ਖੰਡਨ ਕਰਨ ਤੇ ਇਹਨਾਂ ਦੇ ਖਿਲਾਫ ਜਾ ਕੇ ਲਾਗੂ ਨਾ ਕਰਨ। ਕਿਉਂਕਿ ਆਫਟਰ ਆਲ ਇੱਕ ਫੂਡ ਆਰਟੀਕਲ ਜਿਹੜਾ ਹੈ ਉਹ ਸਟੇਟ ਦੀ ਕੰਕਰਨ ਲਿਸਟ ਦੇ ਵਿੱਚ ਆਉਂਦਾ ਹੈ। ਸਟੇਟ ਦੇ ਕੋਲ ਪੂਰਾ ਅਧਿਕਾਰ ਹੈ ਕਿ ਆਪਣੇ ਉੱਤੇ ਰਿਸਟ੍ਰਿਕਸ਼ਨਸ ਇੰਪੋਜ਼ ਹੋਣ ਦੇਣੀਆਂ ਜਾਂ ਨਹੀਂ ਹੋਣ ਦੇਣੀਆਂ। ਆਰਟੀਕਲ 370 ਸ਼ੁਰੂ ਤੋਂ ਹਿੰਦੁਸਤਾਨ ਦੇ ਵਿੱਚ ਜਦੋਂ ਕੋਈ ਕਾਨੂੰਨ ਲਾਗੂ ਕਰਦਾ ਸੀ, ਉਹਦੇ ਤਹਿਤ J&K ਨੂੰ ਪ੍ਰੋਟੈਕਸ਼ਨ ਮਿਲਦੀ ਸੀ ਕਿ ਇਹ ਕਾਨੂੰਨ ਪੂਰੇ ਹਿੰਦੁਸਤਾਨ 'ਚ ਲਾਗੂ ਹੋਏਗਾ ਐਕਸੈਪਟ ਫॉर J&K। ਇਸੇ ਤਰ੍ਹਾਂ ਨਾਲ ਆਰਟੀਕਲ 371 ਸੈਕਸ਼ਨ A ਤੋਂ ਲੈ ਕੇ ਸੈਕਸ਼ਨ J ਤੱਕ ਹਿੰਦੁਸਤਾਨ ਦੇ 10 ਸਟੇਟਾਂ ਨੂੰ, ਵਿਚ ਇਨਕਲੂਡਸ ਗੁਜਰਾਤ, ਮਹਾਰਾਸ਼ਟਰ, ਗੋਆ, ਨਾਰਥ ਈਸਟਰਨ ਸਟੇਟਸ, ਇਹਨਾਂ ਨੂੰ ਪ੍ਰੋਟੈਕਟ ਕਰਦਾ ਕਿ ਕਿਸੇ ਵੀ ਆਰਡੀਨੈਂਸ ਦੇ ਖਿਲਾਫ ਸਟੇਟ ਡਿਨਾਈ ਕਰ ਸਕਦੀ ਕਿ ਸਾਨੂੰ ਇਹ ਫੇਵਰੇਬਲ ਨਹੀਂ ਹੈ। ਜੇ ਬਾਰ-ਬਾਰ ਮੋਦੀ ਜੀ ਨੂੰ ਲੱਗਦਾ ਹੈ ਕਿ ਇਹ ਹਿੰਦੁਸਤਾਨ ਦੇ ਫਾਰਮਰ ਵਾਸਤੇ ਬਹੁਤ ਚੰਗਾ, ਉਹ ਬਾਰ-ਬਾਰ ਸਾਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਉਹ ਜੀ ਸੱਦ ਕੇ ਸਾਰੇ ਹਿੰਦੁਸਤਾਨ ਦੇ ਵਿੱਚ ਲਾਗੂ ਕਰਨ ਜਾਂ ਜਿਹੜੇ ਸਟੇਟ ਉਹਦੀ ਸਪੋਰਟ ਕਰਦੇ ਨੇ ਲਾਗੂ ਕਰਨ। ਪੰਜਾਬ ਦੇ ਨਾਲ ਇਹ ਧੱਕਾ ਨਾ ਕਰਨ। ਕਿਉਂ ਨਹੀਂ ਸਾਨੂੰ ਆਰਟੀਕਲ 371 ਦੇ ਤਹਿਤ ਜਿਵੇਂ ਬਾਕੀ ਸਟੇਟਾਂ ਨੂੰ ਇਹ ਪ੍ਰੋਟੈਕਸ਼ਨ ਹੈ, ਪੰਜਾਬ ਨੂੰ ਵੀ ਇਹ ਤੋਂ ਬਾਹਰ ਕੱਢ ਦਿੱਤਾ ਜਾਵੇ। ਸਾਨੂੰ ਇਹ ਧੱਕਾ, ਇਹ ਜਬਰ ਜਨਾਹ, ਇਹ ਡੈਥ ਵਾਰੰਟ ਨਹੀਂ ਚਾਹੀਦਾ। ਅਸੀਂ ਆਪਣੇ ਕਿਸਾਨ ਨੂੰ ਖੁਦਕੁਸ਼ੀ ਕਰਦੇ ਨਹੀਂ ਦੇਖ ਸਕਦੇ। ਕੀ ਲੱਗਦਾ ਕਿ ਕਿਸਾਨ ਤਾਂ ਵੈਸੇ ਹੀ ਸਾਡਾ ਪੰਜਾਬ ਦਾ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ, ਤੇ ਇੱਕ ਕਿਸਾਨ ਨੇ ਤਾਂ ਬਠਿੰਡੇ ਦੇ ਵਿੱਚ ਜ਼ਹਿਰ ਖਾ ਕੇ ਆਤਮ ਹੱਤਿਆ ਵੀ ਕਰ ਲਈ, ਤਾਂ ਆਉਣ ਵਾਲੇ ਸਮੇਂ 'ਚ ਇਹ ਸਿਲਸਿਲਾ ਵਧੂਗਾ। ਕੀ ਮੋਦੀ ਗਵਰਨਮੈਂਟ ਨੂੰ ਇਹ ਚੀਜ਼ ਨਹੀਂ ਪਤਾ ਕਿ ਜਾਂ ਫਿਰ ਉਹਨੇ ਪੰਜਾਬ ਨੂੰ ਲੱਤ ਮਾਰ ਦਿੱਤੀ ਹੈ? ਬੜੀ ਹੈਰਾਨੀਜਨਕ ਗੱਲ ਹੈ, ਕਿੱਥੇ ਪੰਜਾਬ ਦੇ ਬਿਨਾਂ ਸਰਿਆ ਨਹੀਂ ਸੀ ਕਰਦਾ। ਸਾਰੀ ਉਮਰ ਹਿਸਟਰੀ ਦੇ ਵਿੱਚ ਤੁਸੀਂ ਦੇਖ ਲਓ, ਜਦੋਂ ਜਦੋਂ ਹਿੰਦੁਸਤਾਨ ਨੂੰ ਲੋੜ ਪਈ ਪੰਜਾਬ ਦੇ ਕਿਸਾਨ ਨੇ ਸਾਥ ਦਿੱਤਾ। ਸਰਕਾਰਾਂ ਨੇ ਜਦੋਂ ਜਦੋਂ ਕੋਈ ਫਸਲ ਮੰਗੀ, ਅਨਾਜ ਦੀ ਸ਼ਾਰਟੇਜ ਆਈ, ਗ੍ਰੀਨ ਰੈਵੋਲੂਸ਼ਨ ਕੌਣ ਲੈ ਕੇ ਆਇਆ? ਪੰਜਾਬ ਦਾ ਕਿਸਾਨ ਲੈ ਕੇ ਆਇਆ। ਜਦੋਂ ਸਾਰੇ ਦੇਸ਼ ਦੇ ਵਿੱਚ ਅਨਾਜ ਨਹੀਂ ਸੀ, ਸਰਕਾਰਾਂ ਦੇ ਇੱਕ ਵਾਰ ਕਹਿਣ ਤੇ ਪੰਜਾਬ ਦੇ ਕਿਸਾਨ ਨੇ ਆਪਣੇ ਫਾਈਨੈਂਸ਼ੀਅਲ ਮੋਨੀਟਰੀ ਬੈਨੀਫਿਟਸ ਨਾ ਦੇਖਦਿਆਂ ਸਾਥ ਦਿੱਤਾ ਹਿੰਦੁਸਤਾਨ ਦਾ। ਲੇਕਿਨ ਪਹਿਲੀ ਵਾਰ ਐਤਕੀ ਕਿਸਾਨ ਨੂੰ ਹਿੰਦੁਸਤਾਨ ਦੀ ਲੋੜ ਪਈ ਹੈ, ਸਰਕਾਰਾਂ ਦੀ ਲੋੜ ਪਈ ਹੈ, ਲੇਕਿਨ ਸ਼ਰੇਆਮ ਸਰਕਾਰਾਂ ਖਿਲਾਫ ਹੋ ਚੁੱਕੀਆਂ ਕਿਸਾਨ ਦੇ, ਤੇ ਕਿਸਾਨ ਨੂੰ ਖੁਦਕੁਸ਼ੀਆਂ ਵੱਲ ਧੱਕ ਰਹੀਆਂ ਨੇ ਤੇ ਐਡ ਨਹੀਂ ਹੋਣਗੀਆਂ। ਮਨਦੀਪ ਜੀ, ਮੈਨੂੰ ਡਰ ਹੈ ਇਸ ਗੱਲ ਦਾ ਕਿ ਸ਼ਾਇਦ ਇਹ ਖੁਦਕੁਸ਼ੀਆਂ ਮਲਟੀਪਲਾਈ ਹੋਣਗੀਆਂ, ਜਿਹੜਾ ਡੈਟ ਹੈ ਕਿਸਾਨ ਦੇ ਉੱਤੇ ਮਲਟੀਪਲਾਈ ਹੋਏਗਾ, ਤੇ ਕਿਤੇ ਨਾ ਕਿਤੇ ਇਸ ਤੋਂ ਬਾਅਦ ਸਾਨੂੰ ਡਰ ਹੈ ਕਿ ਬਿਜਲੀ ਦੀ ਡਿਸਟ੍ਰੀਬਿਊਸ਼ਨ ਵੀ ਪ੍ਰਾਈਵੇਟ ਕਰ ਦਿੱਤੀ ਜਾਏਗੀ ਤੇ ਉਹਦੇ ਨਾਲ ਕਿਸਾਨ ਨੂੰ ਹੋਰ ਮੌਤ ਵੱਲ ਧਕੇਲਿਆ ਜਾਏਗਾ। ਤੇ ਆਫਟਰ ਆਲ ਫਾਰਮਿੰਗ ਦਾ ਮੈਨੂੰ ਨਹੀਂ ਪਤਾ ਇੰਨੀ ਅਣਗਹਿਲੀ, ਇੰਨੀ ਬੇਕਦਰੀ ਕਿਉਂ ਕੀਤੀ ਜਾ ਰਹੀ ਪੰਜਾਬ ਦੇ ਫਾਰਮਰ ਦੀ। ਕਿੱਥੇ ਪੰਜਾਬ ਦਾ ਫਾਰਮਰ ਹਿੰਦੁਸਤਾਨ ਦਾ ਗ੍ਰੇਨ ਬੋਲ ਹੋਇਆ ਕਰਦਾ ਸੀ, ਫੂਡ ਗ੍ਰੇਨ ਬੋਲ ਹੋਇਆ ਕਰਦਾ ਸੀ, ਹੁਣ ਇੰਨੀ ਬੇਕਦਰੀ ਹੋਣ ਲੱਗ ਗਈ। ਠੀਕ ਹੈ, ਬਿਹਾਰ, ਯੂਪੀ ਦੇ ਕੋਲ ਸਾਡੇ ਨਾਲੋਂ ਬਹੁਤ ਜ਼ਿਆਦਾ ਪ੍ਰੋਡਿਊਸ ਹੈ, ਲੇਕਿਨ ਪੰਜਾਬ ਇਜ਼ ਇਕੁਅਲੀ ਇੰਪੋਰਟੈਂਟ। ਅਸੀਂ ਪੰਜਾਬ ਦੀ ਇਹਦੀ ਬੇਕਦਰੀ ਨਹੀਂ ਹੋਣ ਦੇਵਾਂਗੇ। ਪੰਜਾਬ ਦੇ ਕਿਸਾਨ ਨਾਲ ਜਿਸ ਹੱਦ ਤੱਕ ਸਾਨੂੰ ਜਾਣਾ ਪੈਂਦਾ, ਇੱਕ ਕਿਸਾਨ ਕੀ ਜਿੰਨੇ ਬਲੀਦਾਨ ਮੰਗਣਗੇ, ਸਾਡੀ ਕੁਰਬਾਨੀਆਂ ਮੰਗਣਗੇ, ਅਸੀਂ ਦੇਵਾਂਗੇ। ਜੇ ਕੁਝ ਮੌਤਾਂ ਦੇ ਨਾਲ, ਜੇ ਕੁਝ ਐਜੀਟੇਸ਼ਨਸ ਦੇ ਨਾਲ ਇਹ ਸਰਕਾਰਾਂ ਜਾਗਦੀਆਂ ਨਹੀਂ, ਅਸੀਂ ਇਹਨਾਂ ਨੂੰ ਜਗਾਵਾਂਗੇ। ਬੇਸਿਕਲੀ ਜਿਹੜੀ ਰੌਲਟ ਐਕਟ ਗੋਰਿਆਂ ਵੇਲੇ ਚੱਲਦੀ ਸੀ, ਉਹ ਇਹਨਾਂ ਨੇ ਲਿਆਂਦੀ ਐਸੈਂਸ਼ੀਅਲ ਐਗਰੀਮੈਂਟ ਐਕਟ ਦੇ ਤਹਿਤ। ਐਸੈਂਸ਼ੀਅਲ ਐਗਰੀਮੈਂਟ ਐਕਟ ਕਹਿੰਦੀ ਹੈ, ਫਾਰਮਰਸ ਐਗਰੀਮੈਂਟ ਐਕਟ ਕਹਿੰਦੀ ਹੈ, ਇੱਕ ਫਾਰਮਰ ਦੇ ਨਾਲ ਕੋਈ ਵੀ ਲੇਮੈਨ ਉੱਠ ਕੇ, ਮੇਰੇ ਵਰਗਾ ਬੰਦਾ, ਇੱਕ ਆਧਾਰ ਕਾਰਡ ਦੇ ਬੇਸ ਦੇ ਉੱਤੇ, ਇੱਕ ਪੈਨ ਕਾਰਡ ਦਿਖਾ ਕੇ ਸਿਰਫ ਆਪਣਾ ਇੱਕ ਐਗਰੀਮੈਂਟ ਕਰ ਸਕਦਾ ਕਿ ਤੇਰੇ ਨਾਲ ਪ੍ਰੀ ਮੈਚੁਰ ਪ੍ਰਾਈਸਿਸ ਦੇ ਉੱਤੇ ਅਸੀਂ ਤੇਰੀ ਫਸਲ ਚੱਕਣੀ ਕਰ ਲਈ।
ਜੇ ਉਹਦੇ ਤੇ ਕੋਈ ਵਾਧਾ ਹੁੰਦਾ ਉਹ ਸਾਰਾ ਦਾ ਸਾਰਾ ਵਾਧਾ ਉਸ ਪ੍ਰਾਈਵੇਟ ਪਰਸਨ ਦਾ ਜਾਂ ਕੰਪਨੀ ਦਾ ਹੈ, ਜ਼ਿਮੀਂਦਾਰ ਦਾ ਨਹੀਂ ਹੈ। ਲੇਕਿਨ ਜ਼ਿਮੀਂਦਾਰ ਦਾ ਜੇ ਕੋਈ ਨੁਕਸਾਨ ਹੁੰਦਾ ਹੈ, ਕਿਆ ਉਹ ਪ੍ਰਾਈਵੇਟ ਐਂਟੀਟੀ ਉਹਨੂੰ ਇੰਸ਼ੋਰੈਂਸ ਦੇਗੀ, ਉਹਦਾ ਖਾਮਿਆਜ਼ਾ ਭੁਗਤੇਗੀ? ਹੋਰ ਤਾਂ ਹੋਰ ਬੜਾ ਸੋਹਣਾ ਸਿਸਟਮ ਲੱਗਦਾ ਸੁਣਨ ਨੂੰ। ਸਰਕਾਰ ਨੇ ਕਿਹਾ ਕਿ ਬਸ਼ਰਤੇ ਇਹ ਹੋਏਗਾ ਵੀ ਜਿਹੜਾ ਵੀ ਉਹਦੇ ਨਾਲ ਟ੍ਰੇਡ ਕਰੇਗਾ ਫਾਰਮਰ ਦੇ ਨਾਲ ਓਪਨਲੀ ਲੇਮੈਨ, ਉਹਨੂੰ 3 ਦਿਨਾਂ ਦੇ ਵਿੱਚ ਪੇਮੈਂਟ ਦੇਣੀ ਪਏਗੀ ਫਾਰਮਰ ਨੂੰ। ਕੋਈ ਉਹਨੂੰ ਆਪਣੀ ਫਾਈਨੈਂਸ਼ੀਅਲ ਬੈਕਗ੍ਰਾਉਂਡ ਨਹੀਂ ਪ੍ਰੂਫ ਕਰਨੀ ਪਊਗੀ, ਕੋਈ ਉਹਦੀ ਬੈਕਿੰਗ ਨਹੀਂ ਦੇਖੀ ਜਾਊਗੀ, ਕੋਈ ਬੈਂਕ ਦੀ ਗਾਰੰਟੀ ਨਹੀਂ ਲਈ ਜਾਊਗੀ। ਜੇ ਖੁਦਾ ਨਾ ਖਾਸਤਾ ਕੋਈ ਵੀ ਬੰਦਾ ਸ਼ੋਸ਼ਣ ਕਰਦਾ ਫਾਰਮਰ ਨੂੰ 3 ਦਿਨ ਦੇ ਵਿੱਚ ਉਹਦੀ ਬਣਦੀ ਹੋਈ ਰਕਮ ਨਹੀਂ ਅਦਾ ਕਰਦਾ, ਤੇ ਫਾਰਮਰ ਦੇ ਕੋਲ ਰਸਤਾ ਕੀ ਹੈ? ਫਾਰਮਰ ਦੇ ਕੋਲ 3 ਟੀਅਰ ਰਿਡਰੈਸਲ ਗ੍ਰੀਵੈਂਸ ਮਾਡਲ ਹੈ, ਜਿਹਦੇ ਨਾਲ ਉਹ ਐਸਡੀਐਮ ਦੇ ਕੋਲ ਜਾ ਸਕਦਾ। ਜੇ ਐਸਡੀਐਮ ਉਹਦੀ ਗੱਲ ਨਹੀਂ ਸੁਣਦਾ ਤੇ ਉਹ ਡੀਸੀ ਦੇ ਕੋਲ ਜਾ ਸਕਦਾ। ਹੈਰਾਨੀਜਨਕ ਗੱਲ ਇਹ ਹੈ, ਬੱਚਾ ਹਿੰਦੁਸਤਾਨ ਜਾਣਦਾ ਹੈ ਕਿ ਹਿੰਦੁਸਤਾਨ ਦੇ ਸਾਰੇ ਮਹਿਕਮੇ ਟੋਟਲੀ ਕਰਪਟ ਤੇ ਫੇਲ ਹੋ ਚੁੱਕੇ ਨੇ, ਸਿਵਾਏ ਜੁਡੀਸ਼ਰੀ ਦੇ। ਸਿਰਫ ਜੁਡੀਸ਼ੀਅਲ ਸਿਸਟਮ ਦੇ ਵਿੱਚ ਹਰ ਬੰਦੇ ਨੂੰ ਆਸ ਹੈ, ਲੇਕਿਨ ਇਸ ਆਰਡੀਨੈਂਸ ਨੇ ਫਾਰਮਰ ਦਾ ਜੁਡੀਸ਼ੀਅਲ ਰਸਤਾ ਹੀ ਬੰਦ ਕਰ ਦਿੱਤਾ। ਕੋਰਟਾਂ ਦੀ ਅਪੀਲ ਹੀ ਬੰਦ ਕਰ ਦਿੱਤੀ। ਸਿਵਲ ਕੋਰਟਾਂ ਦੇ ਵਿੱਚ ਜਾਣਾ ਚਾਹੁੰਦਾ ਸੀ ਫਾਰਮਰ, ਉਹ ਜਾ ਹੀ ਨਹੀਂ ਸਕਦਾ। ਹੁਣ ਤਾਂ ਚੁਣੌਤੀ ਦੇ ਹੀ ਨਹੀਂ ਸਕਦਾ ਜੀ, ਨਹੀਂ ਸਕਦਾ, ਸਿਰਫ ਐਸਡੀਐਮ ਡੀਸੀ ਤੱਕ ਲਿਮਿਟਿਡ ਰਹਿ ਜਾਏਗਾ। ਤੇ ਮੈਂ ਪੁੱਛਣਾ ਚਾਹੁੰਦਾ ਕਿ ਇੱਕ 2-2.5 ਕਿੱਲੇ ਹੋਲਡਿੰਗ ਰੱਖਣ ਵਾਲਾ ਫਾਰਮਰ ਇੰਨੀ ਜ਼ਰੂਰਤ ਰੱਖਦਾ ਕਿ ਉਹ ਅੰਬਾਨੀ, ਅਦਾਨੀ ਜਾਂ ਨੈਸ਼ਨਲਾਈਜ਼ ਕੰਪਨੀਆਂ ਦੇ ਨਾਲ ਜਾਂ ਗਵਰਨਮੈਂਟ ਦੇ ਜਿਹੜੇ ਏਜੰਟਸ ਨੇ, ਇਹਨਾਂ ਦੀ ਬੈਕਿੰਗ ਵਾਲੇ ਮਾਫੀਆ ਨੇ, ਇਹਨਾਂ ਦੇ ਨਾਲ ਲੜਾਈ ਲੜ ਸਕੇਗਾ? ਸੈਂਟਰ ਦੇ ਵਿੱਚ ਜਾ ਕੇ, ਦਿੱਲੀ ਚੰਡੀਗੜ੍ਹ ਜਾ ਕੇ ਹਿਲਾ ਸਕੇਗਾ? ਆਪਣੀ ਲੜਾਈ ਜਿੱਤ ਲੇਗਾ? ਬੜੀ ਲਾਜ਼ਮੀ ਜੀ ਗੱਲ ਹੈ। ਐਸਡੀਐਮ ਵੀ ਸਰਕਾਰ ਦੇ, ਡੀਸੀ ਵੀ ਸਰਕਾਰ ਦੇ। ਸਰਕਾਰ ਕਿਹਦੀ? ਅੰਬਾਨੀ ਅਦਾਨੀਆਂ ਦੀ। ਤੇ ਇਵੈਂਚੁਅਲੀ ਜਿੱਤ ਉਹਨਾਂ ਦੀ ਹੋਏਗੀ, ਸਰਕਾਰ ਦਾ ਸ਼ੋਸ਼ਣ ਹੋਏਗਾ। ਉਹਨਾਂ ਨੂੰ ਕੌਣ ਨਿਆਂ ਦਿਵਾਏਗਾ? ਆਬਵੀਅਸਲੀ ਸ਼ੋਸ਼ਣ, ਡੈਥ, ਸੁਸਾਈਡਸ ਹੋਣਗੇ। ਅੱਛਾ ਸਰਦਾਰ ਸਾਹਿਬ, ਤੁਹਾਨੂੰ ਲੱਗਦਾ ਵਾਕਈ ਕਿ ਜੇ ਇਦਾਂ ਦਾ ਬਾਈਕਾਟ ਕਰਦੇ ਆ ਤੇ ਕੋਈ ਪੰਜਾਬ ਨੂੰ ਜਾਂ ਪੰਜਾਬ ਦੇ ਕਿਸਾਨਾਂ ਨੂੰ ਥੋੜੀ ਜਿਹੀ ਹਿੰਮਤ ਹੋਊਗੀ? ਬਿਲਕੁਲ ਜੀ, ਦੇਖੋ ਆਪਾਂ ਬਾਈਕਾਟ ਕਰਾਂਗੇ, ਸਾਰੇ ਇਕੱਠੇ ਹੋ ਕੇ ਜੇ ਤੁਰਾਂਗੇ ਤੇ ਇੰਪੈਕਟ ਤਾਂ ਪਊਗਾ ਹੀ ਪਊਗਾ। ਆਪਾਂ ਨੂੰ ਇਹ ਇੱਕ ਬੰਦੇ ਨਾਲ ਹੀ 11 ਬਣਨੇ ਨੇ, 11 ਤੋਂ 111 ਬਣਨੇ ਨੇ। ਇਕੱਠੇ ਹੋ ਕੇ ਚੱਲਾਂਗੇ ਤੇ ਜ਼ਰੂਰ ਇੰਪੈਕਟ ਪਏਗਾ। ਇਹਨਾਂ ਨੂੰ ਮਹਿਸੂਸ ਹੋਏਗਾ ਪੰਜਾਬ ਨਾਲ, ਹਰਿਆਣੇ ਨਾਲ, ਕਿਉਂ ਕਿਸਾਨਾਂ ਨਾਲ ਮਤਰਈ ਮਾਂ ਵਾਂਗੂ ਇਹ ਵਿਹਾਰ ਕਰਦੇ ਪਏ ਨੇ। ਪੰਜਾਬ ਦੇ ਵਿੱਚ ਜਿਹੜਾ ਕਿਸਾਨ ਹੈ, 70% ਪੰਜਾਬ ਦੀ ਜਿਹੜੀ ਕਹਿ ਲਓ ਆਪਾਂ ਖਾਣ ਪੀਣ ਚੱਲਦਾ ਹੈ, 70% ਕਿਸਾਨਾਂ ਦੇ ਸਿਰ ਤੇ ਚੱਲਦਾ ਹੈ। ਇਹ ਇਹਨਾਂ ਕਿਉਂ ਇਸ ਚੀਜ਼ ਨੂੰ ਰੋਕਣਾ ਪਏਗਾ। ਸਾਨੂੰ ਭਾਵੇਂ ਧਰਨੇ ਦੇਣੇ ਪੈਣ, ਸੜਕਾਂ ਤੇ ਆਣਾ ਪਵੇ। ਯੂਥ ਨੂੰ ਮੇਰੀ ਅਪੀਲ ਹੈ, ਬੇਨਤੀ ਹੈ, ਸਾਡੇ ਵੱਡੇ ਭਾਈ ਸਾਹਿਬ ਨੇ ਬਹੁਤ ਅੱਛਾ ਸਾਰਾ ਬਿਆਨ ਕੀਤਾ ਹੈ। ਮੇਰੀ ਵੀ ਯੂਥ ਨੂੰ ਇਹੀ ਰਿਕੁਐਸਟ ਹੈ, ਬੇਨਤੀ ਹੈ ਕਿ ਇਕੱਠੇ ਹੋਈਏ, ਇਸ ਦੇ ਖਿਲਾਫ ਇਕੱਠੇ ਹੋ ਕੇ ਤੁਰੀਏ ਤਾਂ ਦਿੱਲੀ ਤੱਕ ਧਮਕ ਪੈ ਸਕੇ। ਇਸ ਵਾਰੀ ਤੁਸੀਂ ਨੌਜਵਾਨ ਹੋ, ਸ਼ਾਬਾਸ਼ ਹੈ ਵੈਸੇ ਕਿ ਨੌਜਵਾਨ ਅੱਗੇ ਆਇਆ ਇਸ ਹੈਜੀਟੇਸ਼ਨ ਦੇ ਵਿੱਚ, ਤਾਂ ਤੁਸੀਂ ਧਰਨਿਆਂ ਤੇ ਬੈਠਣ ਨੂੰ ਤਿਆਰ ਹੋ? ਬਿਲਕੁਲ ਜੀ, ਬਿਲਕੁਲ। ਪੰਜਾਬ ਲਈ ਕੁਝ ਵੀ ਕਰਨ ਨੂੰ ਤਿਆਰ ਹਾਂ ਜੀ, ਬੈਠਾਂਗੇ ਜੀ। ਹੁਣ 25 ਤਰੀਕ ਨੂੰ ਕਹਿ ਰਹੇ ਨੇ ਕਿ ਪੰਜਾਬ ਬੰਦ ਆ, ਤਾਂ ਤੁਸੀਂ ਕੁਝ ਕਰ ਰਹੇ ਹੋ ਕਿ ਜਾਂ ਬਸ ਇਹੋ ਜਿਹੀਆਂ ਗੱਲਾਂ ਹੀ ਹੋ ਜਾਣਗੀਆਂ? ਪਹਿਲਾਂ ਨੌਜਵਾਨ ਸੜਕਾਂ ਦੇ ਉੱਪਰ ਗੱਡੀਆਂ ਲੈ ਕੇ ਚੱਲਦੇ ਸੀ, ਤੁਸੀਂ ਨੌਜਵਾਨ ਨਾਲ ਆ ਕਿਸਾਨੀ ਦੇ ਇਸ ਵਾਰ? ਮਨਦੀਪ ਜੀ, ਨੌਜਵਾਨ ਜਿਹਨੂੰ ਕਿ ਹਮੇਸ਼ਾ ਬਦਨਾਮੀ ਮਿਲਦੀ ਕਿ ਨੌਜਵਾਨ ਏਸੀਆਂ 'ਚ ਬੈਠਣ ਨੂੰ ਰਾਜ਼ੀ ਹੈ, ਨੌਜਵਾਨ ਸਿਰਫ ਖਾਣ ਪੀਣ ਵਾਸਤੇ। ਪੰਜਾਬ ਦਾ ਸਾਰੀ ਉਮਰ ਪੰਜਾਬ ਦੇ ਨੌਜਵਾਨ ਤੇ ਡਰੱਗ ਦੇ ਜਾਂ ਘਟੀਆ ਐਲੀਗੇਸ਼ਨ ਲੱਗਦੇ ਆਏ ਨੇ। ਐਤਕੀ ਨੌਜਵਾਨ ਪੰਜਾਬ ਦਾ ਐਸੀ ਧਮਕ ਪਾਏਗਾ, ਪੂਰਾ ਹਿੰਦੁਸਤਾਨ ਹਿੱਲੇਗਾ। ਰਾਦਰ ਮੈਂ ਤੇ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਨੀ ਚਾਹੁੰਦਾ ਕਿ ਜਿਹੜੇ ਕਿ ਕੋਈ ਨਾ ਕੋਈ ਪੋਲੀਟੀਕਲ ਪਾਰਟੀਆਂ ਦੇ ਨਾਲ ਵੀ ਨਾਤੇ ਰੱਖਦੇ ਨੇ, ਕਿਉਂ ਨਾ ਅਸੀਂ ਸਾਰੇ ਦੇ ਸਾਰੇ ਅੰਡਰ ਵਨ ਰੂਫ ਇਹਦੇ ਲਈ ਲੜਾਈ ਲੜੀਏ, ਕਿਉਂਕਿ ਇਹ ਜਾਤੀਵਾਦ ਜਾਂ ਪਾਰਟੀਵਾਦ ਦੀ ਲੜਾਈ ਨਹੀਂ ਹੈ, ਇਹ ਪੰਜਾਬ ਦੀ ਲੜਾਈ ਹੈ। ਪੰਜਾਬ ਨਹੀਂ ਹੋ ਰਹਿਣਾ, ਤੁਹਾਡੇ ਸਾਡੇ ਬੱਚੇ, ਯੂਥ ਭਾਈ ਇੱਥੇ ਨਹੀਂ ਰਹਿਣੇ ਜੇ ਪੰਜਾਬ ਦਾ ਇਦਾਂ ਹੀ ਸ਼ੋਸ਼ਣ ਹੁੰਦਾ ਰਿਹਾ। ਕਿਉਂ ਨਾ ਅਸੀਂ ਸਾਰੇ ਅੰਡਰ ਵਨ ਰੂਫ ਆ ਕੇ ਲੜਾਈ ਲੜੀਏ, ਕਿਉਂ ਨਾ ਅਸੀਂ ਦਿੱਲੀ ਨੂੰ ਹਿਲਾ ਦਈਏ, ਕਿਉਂ ਨਾ ਅਸੀਂ ਸਰਕਾਰਾਂ ਨੂੰ ਮਜਬੂਰ ਕਰ ਦਈਏ ਕਿ ਆਰਡੀਨੈਂਸ ਨੂੰ ਸਟ੍ਰਾਈਕ ਆਫ ਕੀਤਾ ਜਾਵੇ ਤਾਂ ਕਿਸਾਨ ਨੂੰ ਰਾਦਰ ਫਲਰਿਸ਼ ਕੀਤਾ ਜਾਵੇ। ਇੱਕ ਪਾਸੇ ਤਾਂ ਨਾਸਾ ਕਹਿੰਦੀ ਹੈ ਕਿ ਪੰਜਾਬ ਦਾ ਜਿਹੜਾ ਫਾਰਮਰ ਆ, 14 ਲੱਖ ਤੋਂ ਜ਼ਿਆਦਾ ਟਿਊਬਵੈੱਲ ਨੇ ਪੰਜਾਬ ਦੇ ਵਿੱਚ, ਉਹਦਾ ਵਾਟਰ ਲੈਵਲ ਇੰਨਾ ਡਿਪਲੀਟ ਹੋ ਰਿਹਾ ਕਿ ਬਹੁਤ ਜਲਦੀ ਪੰਜਾਬ ਇਸੇ ਹਾਲਾਤ ਨਾਲ ਚੱਲਦਾ ਰਿਹਾ ਤੇ ਡਰਾਈ ਸਟੇਟ ਹੋ ਜਾਏਗਾ। ਉਹਨੂੰ ਫਲਰਿਸ਼ ਕਰਨ ਦੀ ਬਜਾਏ, ਉਹਨੂੰ ਇਸ ਮੁਸ਼ਕਲ ਚੋਂ ਬਾਹਰ ਕੱਢਣ ਦੀ ਬਜਾਏ ਇਹ ਤਾਂ ਹੋਰ ਐਕਸਪਲੋਇਟੇਸ਼ਨ ਕਰ ਰਹੇ ਨੇ ਕਿਸਾਨ ਦੀ। ਹਿੰਦੁਸਤਾਨ ਤੇ ਕਿਸਾਨ ਦੇ, ਪੰਜਾਬ ਦੇ ਕਿਸਾਨ ਨੂੰ ਮਾਰਨਾ ਚਾਹੁੰਦਾ ਜਾਂ ਕੈਨੇਡਾ ਭਜਾਉਣਾ ਚਾਹੁੰਦਾ। ਅਸੀਂ ਇੰਨੀ ਆਵਾਜ਼ ਬੁਲੰਦ ਕਰਾਂਗੇ, ਤੁਸੀਂ ਰੋਲ ਦੇਖੋਗੇ ਮਨਦੀਪ ਜੀ, ਸਿਰਫ 25 ਤਰੀਕ ਹੀ ਨਹੀਂ, ਅਗਲੀ 25 ਲੱਗ ਜੇ, ਅਗਲੇ ਸਾਲ ਦੀ 25 ਲੱਗ ਜੇ, ਜਿੰਨੇ ਦਿਨ ਲੱਗ ਜਾਣ, ਰਾਤ ਲੱਗ ਜਾਣ, ਅਸੀਂ ਪੂਰੇ ਦੇ ਪੂਰੇ ਕਾਇਮ ਆ। ਰਾਦਰ ਕੱਲ ਸਵੇਰ ਤੋਂ ਹੀ ਅਸੀਂ ਆਪਣੀ ਐਜੀਟੇਸ਼ਨ ਸਟਾਰਟ ਕਰ ਰਹੇ ਹਾਂ, ਡਿਫਰੈਂਟ ਮਾਡਲਸ ਦੇ ਵਿੱਚ ਕਰਾਂਗੇ। ਮੈਂ ਅਪਡੇਟ ਤੁਹਾਨੂੰ ਮੀਡੀਆ ਦੇ ਰਾਹੀਂ ਮਿਲਦੀ ਰਹੇਗੀ। ਪੂਰਾ ਦਾ ਪੂਰਾ ਪੰਜਾਬ ਇਕੱਤਰ ਹੋ ਕੇ ਲੜਾਈ ਲੜਨਾ ਚਾਹੁੰਦਾ, ਹਰ ਸੈਕਟਰ ਪੰਜਾਬ ਦੇ ਕਿਸਾਨ ਨੂੰ ਬਚਾਉਣਾ ਚਾਹੁੰਦਾ। ਧੰਨਵਾਦ ਗੱਲਬਾਤ ਕਰ ਲਈ। ਸੋ ਇਹ ਇੱਕ ਚੰਗੀ ਗੱਲ ਹੈ ਕਿ ਜਿਹੜੇ ਸੰਘਰਸ਼ ਦੇ ਵਿੱਚ ਨੌਜਵਾਨ ਪਿਆ ਆ, ਉਹ ਸੰਘਰਸ਼ ਨੂੰ ਬਹੁਤ ਵੱਡਾ ਹੁੰਗਾਰਾ ਮਿਲਿਆ। ਤਾਂ ਇਹ ਹੁੰਗਾਰਾ ਇਸ ਵਾਰ ਕਿਸਾਨੀ ਦੇ ਮਾਧਿਅਮ ਰਾਹੀਂ ਮਿਲਣ ਜਾ ਰਿਹਾ, ਕਿਉਂਕਿ ਕੇਂਦਰ ਸਰਕਾਰ ਦੇ ਵੱਲੋਂ ਜਿਹੜੇ ਬਿੱਲ ਬਣਾ ਦਿੱਤੇ ਗਏ ਆ, ਉਸ ਨੂੰ ਲੈ ਕੇ ਨੌਜਵਾਨ, ਕਿਸਾਨ ਅਤੇ ਸਾਰੇ
ਪੰਜਾਬੀ ਭਾਈਚਾਰਾ ਰੋਸ ਦੇ ਵਿੱਚ ਆ ਤੇ ਹੁਣ ਇੱਕ ਨਵੀਂ ਗੱਲ ਉੱਠੀ ਹੈ ਕਿ ਪੰਜਾਬ ਦੇ ਵਿੱਚ ਰਿਲਾਇੰਸ ਨੂੰ ਬਾਈਕਾਟ ਕੀਤਾ ਜਾਵੇ। ਇਹ ਨੌਜਵਾਨਾਂ ਨੇ ਹੰਬਲਾ ਮਾਰਿਆ ਤੇ ਅੱਜ ਇਹ ਸ਼ਹਿਰ ਦੇ ਵਿੱਚ ਨਿਕਲੇ ਨੇ ਅਤੇ ਲੋਕਾਂ ਨੂੰ ਦੱਸ ਰਹੇ ਨੇ ਕਿ ਇਹ ਬਿੱਲ ਸਾਡੇ ਲਈ ਬਹੁਤ ਘਾਤਕ ਸਾਬਤ ਹੋਣਗੇ ਅਤੇ ਇਹ ਨਿੱਜੀਕਰਨ ਸਿਰਫ ਤੇ ਸਿਰਫ 2 ਕੰਪਨੀਆਂ ਦੇ ਲਈ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਵੀ ਪੈਰ ਪਸਾਰੇ ਹੋਏ ਨੇ, ਤਾਂ ਉਹਨਾਂ ਦਾ ਬਾਈਕਾਟ ਕੀਤਾ ਜਾਵੇ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਜਲੰਧਰ।